ਹੈਲੋ ਸਟੂਡੈਂਟ, ਵੈਲਕਮ ਔਨ ਦਾ ਚੈਨਲ ਬੁੱਕਸ ਵਿਦ ਨੇਚਰ। ਬੁੱਕਸ ਵਿਦ ਨੇਚਰ ਤੇ ਅਸੀਂ ਗ੍ਰਾਮਰ ਦੀ ਲੜੀ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਵਿੱਚ ਅਸੀਂ ਗ੍ਰਾਮਰ ਦੇ ਟੌਪਿਕ ਕਰਵਾ ਰਹੇ ਹਾਂਗੇ। ਲਾਸਟ ਵੀਡੀਓ ਦੇ ਵਿੱਚ ਅਸੀਂ ਟੈਂਸ ਦੇ ਰਿਗਾਰਡਿੰਗ ਡਿਸਕਸ ਕਰਿਆ ਸੀ ਕਿ ਟੈਂਸ ਕੀ ਹੁੰਦਾ ਹੈ ਐਂਡ ਕੀ ਇਸ ਦੀਆਂ ਟਾਈਪਸ ਨੇ। ਸੋ ਅੱਜ ਅਸੀਂ ਡਿਸਕਸ ਕਰਾਂਗੇ ਟੈਂਸ ਦੀ ਫਸਟ ਟਾਈਪ, ਕਿ ਟੈਂਸ ਦੀ ਫਸਟ ਟਾਈਪ ਨੂੰ ਅਸੀਂ ਕਿੱਦਾਂ ਆਇਡੈਂਟੀਫਾਈ ਕਰ ਸਕਦੇ ਹਾਂ ਐਂਡ ਕਿੱਦਾਂ ਫਿਰ ਉਸ ਨੂੰ ਅਸੀਂ ਇੰਪਲੀਮੈਂਟ ਕਰ ਸਕਦੇ ਹਾਂ। ਸੋ ਗੱਲ ਕਰਦੇ ਹਾਂ ਟੈਂਸ ਦੀ ਫਸਟ ਟਾਈਪ ਦੀ। ਸੋ ਟੈਂਸ ਦੀ ਫਸਟ ਟਾਈਪ ਕੀ ਆ? ਸਭ ਤੋਂ ਪਹਿਲਾਂ ਅਸੀਂ ਪ੍ਰੈਜ਼ੈਂਟ ਟੈਂਸ ਨੂੰ ਲੈ ਕੇ ਚੱਲਾਂਗੇ, ਜਿਸ ਦੀ ਫਸਟ ਟਾਈਪ ਆ ਗਈ ਜਿਹੜੀ ਉਹ ਆਉਂਦੀ ਹੈਗੀ ਪ੍ਰੈਜ਼ੈਂਟ ਸਿੰਪਲ ਕਹਿ ਲਓ ਜਾਂ ਪ੍ਰੈਜ਼ੈਂਟ ਇਨਡੈਫੀਨਿਟ ਕਹਿ ਲਓ। ਹੁਣ ਸਾਡੀ ਦਿੱਕਤ ਇਹ ਹੁੰਦੀ ਹੈ ਕਿ ਸਾਨੂੰ ਪਹਿਚਾਣ ਨਹੀਂ ਆਉਂਦੀ ਕਿ ਪ੍ਰੈਜ਼ੈਂਟ ਸਿੰਪਲ ਟੈਂਸ ਨੂੰ ਕੀ ਕਹਿੰਦੇ ਨੇ ਅਤੇ ਅਸੀਂ ਇਹਨਾਂ ਨੂੰ ਕਿੱਦਾਂ ਇੰਪਲੀਮੈਂਟ ਕਰਨਾ, ਕੀ ਇਹਦੇ ਰੂਲਸ ਨੇ, ਕੀ ਰੈਗੂਲੇਸ਼ਨਸ ਨੇਗੇ, ਸਾਨੂੰ ਨਹੀਂ ਸਮਝ ਲੱਗਦੀ। ਸੋ ਅੱਜ ਅਸੀਂ ਇਸੇ ਹੀ ਕਨਫਿਊਜ਼ਨ ਨੂੰ ਦੂਰ ਕਰਾਂਗੇ। ਪ੍ਰੈਜ਼ੈਂਟ ਸਭ ਤੋਂ ਪਹਿਲਾਂ ਪਤਾ ਲੱਗੇ ਪ੍ਰੈਜ਼ੈਂਟ ਕਿ ਨਾਓ ਕਿ ਅਸੀਂ ਹੁਣ ਕਿਹੜੇ ਟਾਈਮ ਦੇ ਵਿੱਚ ਰਹਿ ਰਹੇ ਹਾਂਗੇ। ਪ੍ਰੈਜ਼ੈਂਟ ਅੱਜ ਦੀ ਅਸੀਂ ਗੱਲ ਕਰ ਰਹੇ ਹਾਂ, ਨਾ ਅਸੀਂ ਕੱਲ੍ਹ ਦੀ ਗੱਲ ਕਰ ਰਹੇ ਹਾਂ, ਨਾ ਅਸੀਂ ਆਉਣ ਵਾਲੇ ਕੱਲ੍ਹ ਦੀ ਗੱਲ ਕਰ ਰਹੇ ਹਾਂ। ਅਸੀਂ ਕੀ ਹੁਣ ਮੈਂ ਤੁਹਾਨੂੰ ਕੀ ਪੜ੍ਹਾ ਰਹੀ ਹਾਂ, ਮੈਂ ਪੜ੍ਹਾਉਂਦੀ ਹਾਂ, ਮੈਂ ਡੇਲੀ ਇਸ ਟਾਈਮ 'ਤੇ ਪੜ੍ਹਾਉਂਦੀ ਹਾਂ ਨਾ, ਮੇਰਾ ਪ੍ਰੈਜ਼ੈਂਟ ਹੈਗਾ ਇਹ, ਤਾਂ ਠੀਕ ਹੈ ਪ੍ਰੈਜ਼ੈਂਟ ਹੈਗਾ। ਸੋ ਸਭ ਤੋਂ ਪਹਿਲਾਂ ਅਸੀਂ ਇਸ ਦੀ ਗੱਲ ਕਰਾਂਗੇ। ਜੇ ਬੇਸਿਕਲੀ ਇਹਦੇ ਰੂਲ ਦੀ ਗੱਲ ਕਰੀਏ ਤਾਂ ਰੂਲ ਨੰਬਰ 1 ਕੀ ਕਹਿੰਦਾ? ਤੇ ਰੂਲ ਨੰਬਰ 1 ਕਹਿੰਦਾ ਕਿ ਕਿਸੇ ਵੀ ਸੈਂਟੈਂਸ ਨੂੰ ਬਣਾਉਣ ਦੇ ਲਈ ਜ਼ਰੂਰੀ ਹੈ ਕਿ ਸਾਡੇ ਕੋਲ ਇੱਕ ਸਬਜੈਕਟ ਹੋਵੇ। ਸੋ ਸਭ ਤੋਂ ਪਹਿਲਾਂ ਸਬਜੈਕਟ ਹੋਣਾ ਜ਼ਰੂਰੀ ਹੈਗਾ। ਉਸ ਤੋਂ ਬਾਅਦ ਜੇਕਰ ਸਬਜੈਕਟ ਹੈਗਾ ਬਟ ਸਾਡੇ ਕੋਲ ਵਰਬ ਨਹੀਂ ਹੈਗੀ ਤਾਂ ਸਾਨੂੰ ਕਿਵੇਂ ਅਸੀਂ ਦਿਖਾਵਾਂਗੇ ਕਿ ਸਬਜੈਕਟ ਕੰਮ ਕਰ ਰਿਹਾ ਹੈ ਅਤੇ ਕੀ ਕੰਮ ਕਰ ਰਿਹਾ ਹੈਗਾ, ਸਾਨੂੰ ਕੀ ਪਤਾ ਲੱਗੂਗਾ? ਠੀਕ ਹੈ। ਅਤੇ ਉਸ ਤੋਂ ਇਲਾਵਾ ਸਾਡੇ ਕੋਲ ਕੀ ਹੋਣਾ ਚਾਹੀਦਾ ਹੈਗਾ? ਵਰਬ। ਅਤੇ ਹੁਣ ਕਿਉਂਕਿ ਅਸੀਂ ਪ੍ਰੈਜ਼ੈਂਟ ਦੀ ਗੱਲ ਕਰ ਰਹੇ ਹਾਂ ਤਾਂ ਜਿੱਥੇ ਵੀ ਸਟੂਡੈਂਟ ਪ੍ਰੈਜ਼ੈਂਟ ਦੀ ਗੱਲ ਕਰਾਂਗੇ ਉੱਥੇ ਅਸੀਂ ਹਮੇਸ਼ਾ ਵਰਬ ਦੀ ਫਸਟ ਫੋਰਮ ਲਗਾਵਾਂਗੇ। ਠੀਕ ਹੈ, ਵਰਬ ਦੀ ਹਮੇਸ਼ਾ ਫਸਟ ਫੋਰਮ ਲਗਾਵਾਂਗੇ। ਉਸ ਤੋਂ ਬਾਅਦ ਸਾਡੇ ਕੋਲ ਇਹ ਵੀ ਪਤਾ ਹੋਵੇ ਕਿ ਸਬਜੈਕਟ ਦੇ ਨਾਲ ਨਾਲ ਓਬਜੈਕਟ ਕੀ ਹੈਗਾ। ਸਬਜੈਕਟ ਜਿਹੜਾ ਕੰਮ ਕਰ ਰਿਹਾ ਉਹਦੇ 'ਚ ਓਬਜੈਕਟ ਦਾ ਕੀ ਰੋਲ ਆ, ਕਿਹਦੇ ਪ੍ਰਭਾਵ ਪੈ ਰਿਹਾ ਹੈਗਾ, ਕਿਹਦੇ ਨਾਲ ਕੁਛ ਕੀਤਾ ਜਾ ਰਿਹਾ ਹੈਗਾ। ਸੋ ਓਬਜੈਕਟ। ਹੁਣ ਬਚਿਆ ਇਹਦੇ ਵਿੱਚ ਐਸ ਔਰ ਈ ਐਸ। ਐਸ ਔਰ ਈ ਐਸ ਦਾ ਰੋਲ ਇਹ ਹੈਗਾ ਕਿ ਜੇਕਰ ਸਾਡਾ ਸਬਜੈਕਟ ਹੈਗਾ ਜਿਹੜਾ ਉਹ ਸਿੰਗੂਲਰ ਆ, ਬਿਲਕੁਲ ਇੱਕ, ਠੀਕ ਹੈ, ਤਾਂ ਅਸੀਂ ਵਰਬ ਦੀ ਫਸਟ ਫੋਰਮ ਦੇ ਨਾਲ ਐਸ ਔਰ ਈ ਐਸ ਲਗਾਵਾਂਗੇ। ਜੇਕਰ ਸਾਡਾ ਸਬਜੈਕਟ ਕੀ ਆ? ਸਿੰਗੂਲਰ ਹੈ। ਦੈਨ ਜੇਕਰ ਸਾਡਾ ਸਬਜੈਕਟ ਪਲੂਅਰ ਹੈ ਦੈਨ ਅਸੀਂ ਵਰਬ ਦੀ ਫੋਰਮ ਦੇ ਨਾਲ ਐਸ ਔਰ ਈ ਐਸ ਨਹੀਂ ਲਗਾਵਾਂਗੇ। ਸੋ ਇਹਨੂੰ ਆਪਾਂ ਸਮਝਦੇ ਹਾਂ ਐਗਜ਼ਾਮਪਲ ਦੇ ਰੂਪ 'ਚ। ਐਗਜ਼ਾਮਪਲ ਮੰਨ ਲਓ ਕੋਈ ਵੀ ਕੁੜੀ ਹੈ, ਸ਼ੀ ਰੀਡ ਅ ਬੁੱਕ। ਪਹਿਲਾਂ ਇਸੇ ਨੂੰ ਹੀ ਅਸੀਂ ਕੀ ਆ ਆਇਡੈਂਟੀਫਾਈ ਕਰਦੇ ਹਾਂ। ਸ਼ੀ ਸਾਡੇ ਕੋਲੇ ਕੀ ਆ? ਸਬਜੈਕਟ। ਰੀਡ ਸਾਡੇ ਕੋਲੇ ਕੀ ਆ? ਸਬਜੈਕਟ। ਰੀਡ ਸਾਡੇ ਕੋਲੇ ਕੀ ਆ? ਵਰਬ। ਏ ਬੁੱਕ ਸਾਡੇ ਕੋਲੇ ਕੀ ਆ? ਆਬਜੈਕਟ। ਹੁਣ ਬਚਿਆ ਐਸ ਔਰ ਈ ਐਸ, ਅਸੀਂ ਕਿੱਦਾਂ ਲਗਾਉਣਾ? ਦੇਖੋ ਗੱਲ ਹੋ ਰਹੀ ਸੀ ਕਿ ਜੇਕਰ ਸਬਜੈਕਟ ਸਿੰਗੂਲਰ ਹੈ, ਇੱਕ ਹੈ, ਇਕੱਲਾ ਹੈ, ਦੈਨ ਅਸੀਂ ਵਰਬ ਦੀ ਫਸਟ ਫੋਰਮ ਹੈ ਨਾ ਇਹ, ਤੇ ਇਹਦੇ ਨਾਲ ਅਸੀਂ ਐਸ ਔਰ ਈ ਐਸ ਲਗਾ ਦਾਂਗੇ। ਹੁਣ ਰੀਡ ਦੇ ਨਾਲ ਐਸ ਲੱਗ ਗਿਆ ਕਿਉਂਕਿ ਇਹ ਇਕੱਲੀ ਸੀ, ਰੀਡਸ ਅ ਬੁੱਕ ਬਣ ਗਿਆ। ਹੁਣ ਇਸੇ ਦੀ ਹੀ ਜਗ੍ਹਾ 'ਤੇ ਜੇਕਰ ਸਾਡਾ ਸਬਜੈਕਟ ਪਲੂਅਰ ਹੋਵੇ, ਦੇ ਰੀਡ ਅ ਬੁੱਕ, ਸਬਜੈਕਟ ਸਾਡਾ ਕੀ ਆ? ਦੇ। ਓਬਜੈਕਟ ਸਾਡਾ ਕੀ ਆ? ਅ ਬੁੱਕ। ਰੀਡ ਸਾਡੀ ਕੀ ਹੋ ਗਈ? ਵਰਬ ਦੀ ਫਸਟ ਫੋਰਮ। ਬਟ ਕਿਉਂਕਿ ਸਾਡਾ ਸਬਜੈਕਟ ਪਲੂਅਰ ਹੈ ਦੈਨ ਅਸੀਂ ਇੱਥੇ ਐਸ ਔਰ ਈ ਐਸ ਨਹੀਂ ਲਗਾਇਆ, ਸਿੰਪਲ ਵਰਬ ਦੀ ਫੋਰਮ ਲਗਾਤੀ। ਬਹੁਤ ਸਿੰਪਲ ਆ ਸਟੂਡੈਂਟ। ਜੇਕਰ ਤੁਸੀਂ ਇਹਨੂੰ ਪ੍ਰੈਕਟਿਸ ਦੇ ਵਿੱਚ ਕਰੋਗੇ ਤਾਂ ਦੈਨ ਤੁਸੀਂ ਇਹਨੂੰ ਈਜ਼ੀਲੀ ਕਰ ਸਕਦੇ ਹੋ। ਸੋ ਇਸ ਤਰ੍ਹਾਂ ਇਹ ਕੀ ਆ, ਇਹਦਾ ਰੂਲ ਨੰਬਰ 1 ਸੀਗਾ, ਜਿਸ ਦੇ ਵਿੱਚ ਅਸੀਂ ਉਸਨੂੰ ਸਿੰਪਲ ਤੌਰ 'ਤੇ ਕੀ ਸੀ ਸਮਝਿਆ ਸੀਗਾ। ਸੋ ਹੁਣ ਅਸੀਂ ਕਰਦੇ ਹਾਂ ਰੂਲ ਨੰਬਰ 2।
रूल नंबर 2 भी बहुत ईजी आ, इसे दी रिगार्डिंग ही आ। कई बार असीं देखते हैं ना कि सानू किते ना दे विच आंसर देना हुंदा गा भी मैं नहीं उत्थे जांदी, मैं नहीं उत्थे ये करदी, मैं नहीं ये खांदी, मैं नहीं सौंदी, मैं नहीं पींदी, ना दे विच जवाब देना हुंदा। तां हुण असीं ओह ना नूं किवें चेंज कर लांगे। ठीक है, रूल नंबर 2 की कहंदा, सेम ਉਹੀ चीज़ सबजैक्ट होना चाहिए साडे कोले। हुण प्लस सबजैक्ट तो बाद असीं की लगावांगे ना, पर वो ना किवें लगाउणी आ हुण ਉਹ दसनी आ। डू और डज नॉट वर्ब दी फर्स्ट फॉर्म प्लस ऑब्जेक्ट। हुण देखो सबजैक्ट असीं पहलां भी लगाया सी, वर्ब दी फर्स्ट फॉर्म असीं पहलां भी लगाई सी ते ऑब्जेक्ट भी सेम लगाया सी। साडे कोले की आ गया, डू और डज नवा आ गया ते नॉट आ गया। नॉट सानू पता है कि जिथे नैगेटिव सेंटेंस आऊगा असीं नॉट पुट करना। हुण सिर्फ रौला किहदा गा, डू और डज दा, कि डू और डज असीं किवें यूज़ करांगे। ठीक है, ते असीं किवें आइडेंटिफाई करांगे कि इत्थे डू लगू कि इत्थे डज लगू। सेम बिल्कुल उदां ही जिथे सबजैक्ट सिंगूलर होऊगा उत्थे डज लग जू, सिंपल। वर्ब दी फर्स्ट फॉर्म नूं असीं छेड़ना ही नहीं हैगा, वो इदां ही रहूगी बिल्कुल। जिथे सबजैक्ट प्लूअर होऊगा उत्थे की आ, इत्थे सिंगूलर हैगा दैन इत्थे असीं डज लगाता। इत्थे सबजैक्ट प्लूअर हैगा दैन असीं ने की लगाता, डू लगाता। एग्जाम्पल दे तौर ते she does not वर्ब दी फर्स्ट फॉर्म रीड, ऑब्जेक्ट लगेगा अ बुक। हुण जेकर सबजैक्ट आ साडा वो प्लूअर होवे दैन असीं दे डू नॉट रीड अ बुक। बिल्कुल सिंपल, बिल्कुल सिंपल। देखो सबजैक्ट जेकर सिंगूलर है दैन असीं ने डज लगाता, जेकर सबजैक्ट प्लूअर है दैन असीं ने डू नॉट लगाता। इसे तरह ही जेकर कई बार क्वेश्चन पूछा जाता है, इंटैरोगेशन हो जाए तो उहदे लई हैगा रूल नंबर 3, जिस दे विच असीं इंटैरोगेशन क्वेश्चनस नूं किद्दां लिखना प्रैजेंट दे विच। रूल नंबर 3 कहता है कि सब तो पहला असीं क्वेश्चन पुट करते हैं, जिद्दां की आ गया तो पता लग गया कि इंटैरोगेशन आ, क्वेश्चन पूछा जा रहा। बिल्कुल सेम ऐदां ही जो असीं क्वेश्चन पुट कर देंगे तो डू और डज स्टार्टिंग दे विच आ जांदा, सबजैक्ट प्लस वर्ब दी फर्स्ट फॉर्म प्लस ऑब्जेक्ट। हुण इसे चीज़ नूं असीं एग्जाम्पल के थ्रू समझांगे। जेकर सबजैक्ट सिंगूलर है डज, जेकर सबजैक्ट प्लूअर है तो डू। इस तरह ही डज शी रीड अ नोटबुक या बुक, जो भी है। जेकर हुण सबजैक्ट प्लूअर है दैन डू दे रीड अ बुक। बिल्कुल सिंपल जा तरीका गा। जेकर सारा कुछ किते डिपेंड करदा सबजैक्ट ते, सबजैक्ट सिंगूलर है दैन असीं देखो डज यूज़ करें। वर्ब इधर बिल्कुल नहीं छेड़ना, वर्ब दी फर्स्ट फॉर्म है, सारे पोर्शन में बिल्कुल नहीं छेड़ना। ठीक है, तो उस तो बाद जेकर सबजैक्ट प्लूअर है दैन असीं ने डू यूज़ करता। सो होपफुली स्टूडेंट कि तुहानूं ये वीडियो जिहड़ी हैल्पफुल साबित होगी। जेकर इस तरह दी होर बहुत सारिया वीडियोज़ तुसीं देखना चाहुंदे हो तो साडे चैनल बुक्स विद नेचर नूं सबसक्राइब कर सकदे होगे। सो हुण असीं मिलदे आंगे नैक्सट वीडियो दे विच।